ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਸਿਸਟਮ ਲਾਗੂ ਹੈ ਉਸ ਬਾਰੇ ਔਰ ਖਾਸ ਤੌਰ ਤੇ ਜਿਹੜਾ ਪਿੰਡ ਲੈਵਲ ਤੇ ਗ੍ਰਾਮ ਪੰਚਾਇਤ ਸਿਸਟਮ ਹੈ ਉਹਦੇ ਬਾਰੇ ਗੱਲ ਕਰਾਂਗੇ। ਜਦ ਤੋਂ ਭਾਰਤ ਆਜ਼ਾਦ ਹੋਇਆ ਉਦੋਂ ਭਾਰਤ ਦੇ ਸੰਵਿਧਾਨ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਵਾਲੇ ਪਾਰਟ ਦੇ ਵਿੱਚ ਭਾਗ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਨੂੰ ਪ੍ਰੋਤਸਾਹਨ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ। ਸਨ 1958 ਦੇ ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਰਿਪੋਰਟ ਆਈ ਜਿਸ ਵਿੱਚ 3 ਟੀਅਰ ਸਿਸਟਮ ਪਿੰਡ ਦੇ ਵਿੱਚ ਗ੍ਰਾਮ ਪੰਚਾਇਤ, ਬਲਾਕ ਪੱਧਰ ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪਰਿਸ਼ਦ, ਇਹ ਪੇਂਡੂ ਏਰੀਆ ਦਾ ਇੱਕ ਤਰ੍ਹਾਂ ਦਾ ਨਿਜ਼ਾਮ ਬਣਾਇਆ ਗਿਆ ਜਿਹਨੂੰ ਡੈਮੋਕ੍ਰੈਟਿਕ ਡੀਸੈਂਟਰਲਾਈਜੇਸ਼ਨ ਦਾ ਨਾਮ ਵੀ ਦਿੱਤਾ ਗਿਆ। ਜਦੋਂ ਵੀ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਪੰਚਾਇਤਾਂ ਦਾ ਜ਼ਿਕਰ ਆਮ ਤੌਰ ਤੇ ਆਉਂਦਾ ਹੈ। ਪੰਚ ਪਰਮੇਸ਼ਵਰ, ਇਸ ਤਰ੍ਹਾਂ ਦੀਆਂ ਗੱਲਾਂ ਤਾਂ ਆਪਾਂ ਮੁਹਾਵਰਿਆਂ ਦੇ ਵਿੱਚ ਵੀ ਆ ਗਈਆਂ ਨੇ। ਇਹ ਵੀ ਕਿਹਾ ਜਾਂਦਾ ਹੈ, ਵਿਦਵਾਨ ਲੋਕ ਕਹਿੰਦੇ ਨੇ ਕਿ ਭਾਰਤ ਵਰਸ਼ ਦੇ ਵਿੱਚ ਵੈਦਿਕ ਸਮਿਆਂ ਤੋਂ, ਦੈਟ ਇਜ਼ ਬਿਫੋਰ ਕ੍ਰਾਈਸਟ, 3000 2000 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਖੁਦ ਮੁਖਤਿਆਰ ਪੰਚਾਇਤਾਂ ਹੁੰਦੀਆਂ ਸੀ। ਮਹਾਤਮਾ ਗਾਂਧੀ ਦਾ ਵੀ ਇਹ ਸੁਪਨਾ ਸੀ। ਉਹਨਾਂ ਨੇ ਕਿਹਾ ਕਿ ਹਰ ਪਿੰਡ ਇੱਕ ਸੋਵਰਨ ਰਿਪਬਲਿਕ ਹੋਵੇ, ਖੁਦ ਮੁਖਤਿਆਰ ਹੋਵੇ, ਯਾਨੀ ਕਿ ਪਿੰਡ ਦੇ ਜਿਹੜੇ ਮਸਲੇ ਮਸਾਇਲ ਨੇ ਉਹ ਪਿੰਡ ਪੱਧਰ ਤੇ ਪਿੰਡਾਂ ਦੇ ਲੋਕ ਹੀ ਉਹਨੂੰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੁਲਝਾਉਣ, ਹੱਲ ਕਰਨ। ਇੱਥੋਂ ਤੱਕ ਉਹਨਾਂ ਨੇ ਕਿਹਾ ਸੀਗਾ ਕਿ ਜੋ ਭਾਰਤ ਹੈ, ਭਾਰਤ ਦੇ ਪਿੰਡਾਂ ਵਿੱਚ ਵਸਦਾ ਹੈ। ਲੇਕਿਨ ਬਲਵੰਤ ਰਾਏ ਮਹਿਤਾ ਕਮੇਟੀ ਰਿਪੋਰਟ ਦੇ ਬਣਨ ਤੋਂ ਬਾਅਦ ਭਾਵੇਂ ਗ੍ਰਾਮ ਪੰਚਾਇਤਾਂ ਬਣੀਆਂ, ਪੰਜਾਬ ਦੇ ਵਿੱਚ ਤਾਂ 1952 ਦਾ ਐਕਟ ਸੀ ਗ੍ਰਾਮ ਪੰਚਾਇਤਾਂ ਬਾਰੇ ਔਰ 1961 ਦਾ ਐਕਟ ਆਇਆ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦ ਬਾਰੇ, ਲੇਕਿਨ ਉਸ ਨਾਲ ਹੋਇਆ ਇਹ ਕਿ ਕਈ ਵਾਰੀ ਇਲੈਕਸ਼ਨਾਂ ਹੁੰਦੀਆਂ ਨਾ ਹੁੰਦੀਆਂ, ਉਹ ਸਮਿਤੀਆਂ ਸੁਪਰਸੀਡ ਹੋ ਗਈਆਂ, ਉੱਥੇ ਪ੍ਰਬੰਧਕ ਲੱਗੇ ਰਹੇ। ਸਾਲਾਂ ਬੱਧੀ ਜੋ ਡੈਮੋਕ੍ਰੈਟਿਕ ਢਾਂਚਾ ਸੀ ਉਹਦੀਆਂ ਗੱਲਾਂ ਸਾਹਮਣੇ ਆ ਨਹੀਂ ਸਕੀਆਂ। ਉਹ ਮੈਨੂੰ ਯਾਦ ਆ ਕਿ ਜਦੋਂ ਮੈਂ ਸਰਵਿਸ ਜੁਆਇਨ ਕੀਤੀ ਸੀ ਐਜ਼ SDM ਸਮਰਾਲਾ, ਮੇਰੇ ਕੋਲੇ ਪੰਚਾਇਤ ਸਮਿਤੀ ਸਮਰਾਲਾ ਦਾ, ਮਾਛੀਵਾੜਾ ਦਾ, ਇੱਥੋਂ ਤੱਕ ਕਿ ਦਰਾਹੇ ਦਾ ਵੀ ਚਾਰਜ ਹੁੰਦਾ ਸੀ, ਕਿਉਂਕਿ ਕਈ ਦਹਾਕਿਆਂ ਤੋਂ ਉੱਥੇ ਕਿਸੇ ਕਿਸਮ ਦੀਆਂ ਜਿਹੜੀਆਂ ਸੀਗੀਆਂ ਇਲੈਕਸ਼ਨਾਂ ਨਹੀਂ ਸੀ ਹੁੰਦੀਆਂ। ਸੋ ਇਹ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੋਰਾਂ ਦਾ ਸੁਪਨਾ ਸੀ। ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ 3 ਟੀਅਰ ਸਿਸਟਮ ਹੈ, ਪੰਚਾਇਤੀ ਰਾਜ ਇੰਸਟੀਟਿਊਸ਼ਨਸ ਪਿੰਡਾਂ ਵਾਸਤੇ ਤੇ ਅਰਬਨ ਲੋਕਲ ਬਾਡੀਜ਼, ਇਹਨਾਂ ਨੂੰ ਸੰਵਿਧਾਨ ਦੇ ਵਿੱਚ ਉਹਨਾਂ ਦਾ ਆਧਾਰ ਸੰਵਿਧਾਨਿਕ ਬਣਾਉਣਾ ਚਾਹੀਦਾ ਹੈ। ਔਰ ਇਸੇ ਕਰਕੇ ਜਿਹੜੀ 72ਵੀਂ ਤੇ 73ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟਸ ਮੂਵ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਮੁੱਖ ਦੀ ਗੱਲ ਇਹ ਕੀਤੀ ਗਈ ਔਰ ਉਹ ਲਾਗੂ ਹੋਈਆਂ ਪਾਰਲੀਮੈਂਟ ਦੇ ਵਿੱਚ ਪਾਸ ਹੋਣ ਤੋਂ ਬਾਅਦ 50% ਸਟੇਟ ਵਿਧਾਨ ਸਭਾ ਦੇ ਰੈਜ਼ੋਲੂਸ਼ਨ ਨਾਲ ਉਹਨੂੰ ਅਪਰੂਵ ਹੋਣ ਦੇ ਬਾਅਦ 24 ਅਪ੍ਰੈਲ ਜਿਹੜੀ 1993 ਨੂੰ 72ਵੀਂ ਜਿਹੜੀ ਕਿ ਪੇਂਡੂ ਏਰੀਆ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਡੀਲ ਕਰਦੀ ਹੈ ਤੇ ਉਹਦੇ ਨਾਲ 1 ਜੂਨ ਨੂੰ ਅਰਬਨ ਲੋਕਲ ਬਾਡੀਜ਼ ਬਾਰੇ ਹੈ। ਹੁਣ ਇਹ ਸੰਵਿਧਾਨਿਕ ਜਿਹੜੀ ਅਮੈਂਡਮੈਂਟ ਸੀ, ਆਪਾਂ ਹੁਣ ਪੇਂਡੂ ਏਰੀਆ ਤੇ ਫੋਕਸ ਕਰੀਏ, ਇਹਦੇ ਨਾਲ ਕੀ ਹੋਇਆ? ਉਹਨਾਂ ਨੇ ਕਿਹਾ ਕਿ ਹਰ ਸੂਬੇ ਨੂੰ, ਹਰ ਰਾਜ ਨੂੰ ਆਪਣਾ ਕਾਨੂੰਨ ਘੜਨਾ ਪੈਣਾ ਹੈ, ਤਰਾਸ਼ਣਾ ਪੈਣਾ ਹੈ ਜਾਂ ਨਵਾਂ ਬਣਾਉਣਾ ਪੈਣਾ ਹੈ, ਜਿਹੜਾ ਕਿ ਇਹਨਾਂ ਸੰਵਿਧਾਨਿਕ ਜਿਹੜੀਆਂ ਸੰਸ਼ੋਧਨ ਅਮੈਂਡਮੈਂਟਸ ਆਈਆਂ ਨੇ ਉਹਨਾਂ ਦੇ ਨਾਲ ਉਹ ਮੇਲ ਖਾਂਦਾ ਹੋਵੇ। ਸੋ ਪੰਜਾਬ ਪੰਚਾਇਤੀ ਰਾਜ ਐਕਟ 1994, ਮੈਨੂੰ ਯਾਦ ਹੈ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਸੀਗੀ, ਬੜੇ ਚਾਅ ਦੇ ਨਾਲ ਉਹ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ। ਲੇਕਿਨ ਮੋਟੇ ਤੌਰ ਤੇ ਇਹ ਸੰਵਿਧਾਨਿਕ ਜਿਹੜੀਆਂ ਅਮੈਂਡਮੈਂਟਸ ਨੇ ਉਹਨਾਂ ਨੇ ਕੀਤਾ ਕੀ? ਨੰਬਰ 1 ਤਾਂ ਇਹ ਹੋ ਗਿਆ ਕਿ ਇਹ ਲਾਜ਼ਮ ਹੋ ਗਿਆ ਕਿ ਪੰਚਾਇਤੀ ਰਾਜ ਸਿਸਟਮ ਲਾਗੂ ਹੋਊ, ਤੁਹਾਡੇ ਗ੍ਰਾਮ ਪੰਚਾਇਤਾਂ ਵੀ ਹੋਣਗੀਆਂ, ਬਲਾਕ ਸਮਿਤੀਆਂ ਵੀ ਹੋਣਗੀਆਂ, ਜ਼ਿਲ੍ਹਾ ਪਰਿਸ਼ਦ ਵੀ ਹੋਣਗੇ। ਵਰਨਾ ਤਾਂ ਕੋਈ ਸਟੇਟ ਕਹਿ ਸਕਦਾ ਸੀ ਸਾਨੂੰ ਲੋੜ ਨਹੀਂ ਹੈ, ਉਹ ਕਾਨੂੰਨ ਨਾ ਬਣਾਉਂਦੇ, ਸਾਨੂੰ ਪੰਚਾਇਤਾਂ ਦੀ ਲੋੜ ਨਹੀਂ ਹੈ। ਇਸ ਕੌਂਸਟੀਟਿਊਸ਼ਨਲ ਅਮੈਂਡਮੈਂਟ ਤੋਂ ਪਹਿਲਾਂ ਕੋਈ ਜ਼ਰੂਰੀ ਨਹੀਂ ਸੀ ਕਿ ਪੇਂਡੂ ਏਰੀਏ ਦੇ ਵਿੱਚ ਇਸ ਤਰ੍ਹਾਂ ਦੀਆਂ ਡੈਮੋਕ੍ਰੈਟਿਕ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਹੋਣ। ਨੰਬਰ 2, ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਇੰਸਟੀਟਿਊਸ਼ਨਸ ਨੇ ਇਹਨਾਂ ਨੂੰ ਅੱਬਲ ਤਾਂ ਤੁਸੀਂ ਸੁਪਰਸੀਡ ਕਰਨਾ ਨਹੀਂ, ਪ੍ਰਬੰਧਕ ਲਾਉਣੇ ਨਹੀਂ, ਜੇ ਕਿਸੇ ਵਜ੍ਹਾ ਕਰਕੇ ਲਾਉਣੇ ਪਏ ਵੀ ਤਾਂ ਸਾਲ ਦੇ ਅੰਦਰ ਅੰਦਰ ਤੁਸੀਂ ਇਲੈਕਸ਼ਨ ਕਰਵਾਓਗੇ।
ਇਹਦੇ ਨਾਲ ਉਹ ਇਲੈਕਸ਼ਨ ਕਰਵਾਉਣਾ ਮਹਿਕਮੇ ਦੇ ਅਫਸਰਾਂ ਦੇ ਉੱਪਰ ਛੱਡਣ ਦੀ ਬਜਾਏ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਭਾਰਤ ਦੇ ਵਿੱਚ ਇੱਕ ਸੈਂਟਰਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ, ਉਸ ਤਰ੍ਹਾਂ ਸੰਵਿਧਾਨਿਕ ਰੂਪ ਦੇ ਵਿੱਚ ਸਰਕਾਰ ਤੋਂ ਇੰਡੀਪੈਂਡੈਂਟ ਸਟੇਟ ਇਲੈਕਸ਼ਨ ਕਮਿਸ਼ਨ ਹੋਊਗੀ, ਜਿਹੜੀਆਂ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਤੇ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਕਰਵਾਉਣਗੀਆਂ। ਨਾਲ ਹੀ ਇੱਕ ਸਟੇਟ ਫਾਈਨੈਂਸ ਕਮਿਸ਼ਨ ਵੀ ਹੋਊਗੀ, ਕਿਉਂਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਬਣਾਉਣ ਦਾ ਫਾਇਦਾ ਕੀ, ਜੇ ਉਹਨਾਂ ਦਾ ਖਜ਼ਾਨਾ ਖਾਲੀ ਹੋਵੇ, ਉਹਨਾਂ ਦੇ ਅਕਾਊਂਟ ਦੇ ਵਿੱਚ ਹੋਵੇ ਕੁਛ ਨਾ। ਉਹਨਾਂ ਨੇ ਕਿਹਾ ਕਿ ਇਹ ਇੱਕ ਇੰਡੀਪੈਂਡੈਂਟ ਕੌਂਸਟੀਟਿਊਸ਼ਨਲ ਸਟੇਟ ਫਾਈਨੈਂਸ ਕਮਿਸ਼ਨ ਹੋਊ, ਜਿਹੜੀ ਕੀ ਕਰੂਗੀ, ਉਹ ਡਿਸਾਈਡ ਕਰੂ ਕਿ ਇੱਕ ਸਟੇਟ ਦੀ ਜਿਹੜੀ ਇਨਕਮ ਹੈ, ਉਹ 'ਚੋਂ ਕਿੰਨਾ ਹਿੱਸਾ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਜਾਣਾ ਹੈ। ਸੋ ਇਹ ਸਾਰੀ ਚੀਜ਼ਾਂ ਮਿਲਾ ਕੇ ਨਾਲ ਇੱਕ 11ਵਾਂ ਸ਼ਡਿਊਲ ਕੌਂਸਟੀਟਿਊਸ਼ਨ ਦਾ ਐਡ ਕੀਤਾ ਗਿਆ ਕਿ ਆ ਸਬਜੈਕਟ ਨੇ ਜਿਹੜਾ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਦਿੱਤੇ ਜਾਣੇ ਚਾਹੀਦੇ ਨੇ, ਬੇਸ਼ੱਕ ਉਹ ਜ਼ਿਲ੍ਹਾ ਪੱਧਰ 'ਤੇ ਹੋਣ ਜਾਂ ਬਲਾਕ ਪੱਧਰ 'ਤੇ ਜਾਂ ਗ੍ਰਾਮ ਪੰਚਾਇਤ ਪੱਧਰ 'ਤੇ। ਇਹ ਸਟੇਟ ਗੌਰਮੈਂਟ 'ਤੇ ਛੱਡ ਦਿੱਤਾ ਗਿਆ, ਸਟੇਟ ਲੈਜਿਸਲੇਚਰ 'ਤੇ ਛੱਡ ਦਿੱਤਾ ਗਿਆ। ਮੈਂ ਕੋਸ਼ਿਸ਼ ਕਰਦਾ ਕਿ ਉਸ 11th ਸ਼ਡਿਊਲ ਨੂੰ ਮੈਂ ਇੱਥੇ ਸਲਾਈਡਾਂ ਇਨਸਰਟ ਕਰਾਂ, ਪੌਜ਼ ਕਰਕੇ ਪੜ੍ਹ ਵੀ ਸਕਦੇ ਹੋ ਕਿ ਬਹੁਤ ਮਹੱਤਵਪੂਰਨ ਫੰਕਸ਼ਨਸ ਜਿਹੜੇ ਨੇ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੂੰ ਬਣਾਏ ਜਾਣੇ ਚਾਹੀਦੇ ਨੇ। ਲੇਕਿਨ ਇਹ ਸਾਰੀ ਚੀਜ਼ ਦੇ ਬਾਵਜੂਦ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸਾਡੀਆਂ ਜਿਹੜੀਆਂ ਪੰਚਾਇਤੀ ਰਾਜ ਇੰਸਟੀਟਿਊਸ਼ਨਸ, ਔਰ ਖਾਸ ਤੌਰ 'ਤੇ ਇਹ ਵੀਡੀਓ ਦਾ ਫੋਕਸ ਤਾਂ ਆਪਣਾ ਪਿੰਡ ਲੈਵਲ 'ਤੇ ਹੈ, ਗ੍ਰਾਮ ਪੰਚਾਇਤ ਲੈਵਲ 'ਤੇ ਹੈ, ਕਿ ਉਹਨਾਂ ਦਾ ਹਾਲ ਕੀ ਹੈ, ਕੀ ਉਹ ਖੁਦ ਮੁਖਤਿਆਰ ਨੇ, ਕੀ ਉਹਨਾਂ ਨੂੰ ਫੰਡ ਆਉਂਦੇ ਨੇ, ਤੇ ਕੀ ਕੀਤਾ ਜਾਣਾ ਚਾਹੀਦਾ, ਕੀ ਸਵਾਲ ਨੇ ਜਿਹੜੇ ਪੋਜ਼ ਕੀਤੇ ਜਾਣੇ ਚਾਹੀਦੇ ਨੇ, ਜਿਹੜੇ ਵੀ ਸੱਜਣ ਮਿੱਤਰ ਪਿੰਡ ਲੈਵਲ ਦੀ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੂੰ ਸੁਦ੍ਰਿੜ, ਸਮਰੱਥ ਤੇ ਸਟਰੋਂਗ ਬਣਾਉਣਾ ਚਾਹੁੰਦੇ ਨੇ। ਬਲਾਕ ਤੇ ਜ਼ਿਲ੍ਹਾ ਪੱਧਰ ਤੇ ਸ਼ਹਿਰੀ ਏਰੀਏ ਦੀਆਂ ਗੱਲਾਂ ਆਪਾਂ ਕਿਸੇ ਹੋਰ ਵੀਡੀਓ 'ਚ ਕਰਾਂਗੇ। ਸੋ ਇਹ ਜਿਹੜੀ 72ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਸੀ, ਬਾਕੀ ਗੱਲਾਂ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ 1/3 ਸੀਟਾਂ ਚਾਹੇ ਪੰਚ ਪੱਧਰ 'ਤੇ ਚਾਹੇ ਪ੍ਰਧਾਨਗੀ ਪੱਧਰ 'ਤੇ ਉਹ ਲੇਡੀਜ਼ ਵਾਸਤੇ, ਬੀਬੀਆਂ, ਔਰਤਾਂ, ਮਹਿਲਾਵਾਂ ਵਾਸਤੇ ਰੱਖੀਆਂ ਜਾਣਗੀਆਂ, ਤੇ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟਰਾਈਬਸ ਨੂੰ ਵੀ ਉਹਨਾਂ ਦੀ ਪਾਪੂਲੇਸ਼ਨ ਦੇ ਅਨੁਪਾਤ ਦੇ ਵਿੱਚ ਸੀਟਾਂ ਦਿੱਤੀਆਂ ਜਾਣਗੀਆਂ, ਪ੍ਰਧਾਨਗੀ ਪੱਧਰ 'ਤੇ ਵੀ ਤੇ ਮੈਂਬਰਾਨ ਪੱਧਰ 'ਤੇ ਵੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਪੰਚਾਇਤਾਂ ਦੀ, ਤੇ ਕਿਸੇ ਨੇ ਪੁੱਛਿਆ ਕਿ ਪੰਜਾਬ ਦੇ ਵਿੱਚ ਜਿਹੜੀ ਪੰਚਾਇਤਾਂ ਦੀ ਸਿਆਸਤ ਉਹ ਕੀ ਹੈ। ਕਿਸੇ ਨੇ ਕਿਹਾ ਜੀ ਇੱਥਾਂ ਅਕਾਲੀ ਕਾਂਗਰਸ ਦੇ ਧੜੇ ਨੇ, ਕਿਸੇ ਨੇ ਕਿਹਾ ਜੀ ਜੱਟ ਤੇ ਨੌਨ ਜੱਟ ਝੜੇ ਨੇ, ਕਿਸੇ ਨੇ ਕਿਹਾ ਜੀ ਸ਼ਡਿਊਲ ਕਾਸਟ ਤੇ ਨੌਨ ਸ਼ਡਿਊਲ ਕਾਸਟ ਵਾਲੀ ਗੱਲ ਹੈ, ਹਿੰਦੂ ਸਿੱਖ ਵਾਲੀ ਤਾਂ ਗੱਲ ਪੰਜਾਬ ਦੇ ਪੰਚਾਇਤਾਂ 'ਚ ਨਹੀਂ ਸੀ। ਲੇਕਿਨ ਇੱਕ ਸਿਆਣੇ ਬੰਦੇ ਨੇ ਗੱਲ ਕੀਤੀ, ਕਹਿੰਦੇ ਜੀ ਇੱਥੇ ਜਿਹੜੇ ਧੜੇ ਨੇ, ਜਿੱਥੋਂ ਤੱਕ ਪਿੰਡ ਲੈਵਲ ਦੀ ਸਿਆਸਤ ਹੈ, ਉਹ ਸਰਪੰਚ ਤੇ ਸਾਬਕਾ ਸਰਪੰਚ ਦੀ ਪੋਲੀਟਿਕਸ ਹੈ। ਕੱਲ੍ਹ ਨੂੰ ਵਿਧਾਨ ਸਭਾ ਦੀ ਇਲੈਕਸ਼ਨ ਆਉਂਦੀ ਹੈ, ਪਾਰਲੀਮੈਂਟ ਦੀ ਇਲੈਕਸ਼ਨ ਆਉਂਦੀ ਹੈ, ਭਾਵੇਂ ਦੋਨੇ ਇੱਕੋ ਪਾਸੇ ਹੋਣ, ਲੇਕਿਨ ਜਿੱਥੇ ਪਿੰਡ ਦੀ ਗੱਲ ਹੈ, ਇਹ ਧੜਿਆਂ ਦੇ ਵਿੱਚ ਵੰਡਿਆ, ਜਿਹੜਾ ਆਮ ਤੌਰ 'ਤੇ ਸਰਪੰਚ, ਸਾਬਕਾ ਸਰਪੰਚ ਜਾਂ ਜਿਹੜਾ ਆਉਣ ਵਾਲਾ ਸਰਪੰਚ ਹੈ, ਉਹ ਧੜੇ ਨੇ। ਲੇਕਿਨ ਉਹ ਧੜਿਆਂ ਦੇ ਵਿੱਚ ਜਦੋਂ ਅਸੀਂ ਰਹਿ ਜਾਂਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀਆਂ ਜਿਹੜੀਆਂ ਇਹ ਗ੍ਰਾਮ ਪੰਚਾਇਤਾਂ ਨੇ, ਸੰਵਿਧਾਨਿਕ ਤੌਰ 'ਤੇ ਉਹ ਖੁਦ ਮੁਖਤਿਆਰ ਕਿਉਂ ਨਹੀਂ ਹੈ, ਉਹਨਾਂ ਨੂੰ ਜਿਹੜੇ ਅਧਿਕਾਰ ਹੋਣੇ ਚਾਹੀਦੇ ਨੇ ਕਾਨੂੰਨ ਮੁਤਾਬਕ ਤੇ ਭਾਰਤ ਦੇ ਕੌਂਸਟੀਟਿਊਸ਼ਨ ਮੁਤਾਬਕ, ਉਹ ਕਿਉਂ ਨਹੀਂ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਔਰ ਇਹਨੂੰ ਮੈਂ ਲੀਗਲ ਲੈਕਚਰ ਨਹੀਂ ਬਣਾਉਣਾ ਚਾਹੁੰਦਾ, ਅਦਰਵਾਈਜ਼ ਤਾਂ ਮੈਂ ਤੁਹਾਨੂੰ ਬਕਾਇਦਾ ਪੰਚਾਇਤੀ ਰਾਜ ਐਕਟ ਹੈ ਜਿਹੜਾ 1994 ਦਾ ਪੰਜਾਬ ਦਾ, ਉਹਦੇ ਬਕਾਇਦਾ ਜਿਹੜੇ ਸੈਕਸ਼ਨ ਜਾਂ ਦਫੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ। ਇੱਕ ਸਰਪੰਚ ਹੈ, ਚੁਣਿਆ ਹੋਇਆ ਹੈ, ਉਹਨੂੰ ਦੌਰਾਨ ਇਨਕੁਆਇਰੀ ਡਾਇਰੈਕਟਰ ਪੰਚਾਇਤ ਸਸਪੈਂਡ ਕਰ ਸਕਦਾ ਹੈ। ਡਾਇਰੈਕਟਰ ਪੰਚਾਇਤ ਆਪਣੀਆਂ ਪਾਵਰਸ ਡਿਪਟੀ ਡਾਇਰੈਕਟਰ ਲੈਵਲ ਦੇ ਅਫਸਰ ਨੂੰ ਡੈਲੀਗੇਟ ਕਰ ਸਕਦਾ ਹੈ। ਇਸ ਕਰਕੇ ਇੱਕ ਚੁਣਿਆ ਹੋਇਆ ਸਰਪੰਚ ਮਹਿਜ਼ ਇੱਕ ਸ਼ਿਕਾਇਤ ਦੇ ਬੇਸ 'ਤੇ ਪੈਂਡਿੰਗ ਇਨਕੁਆਇਰੀ ਉਹਨੂੰ ਤੁਸੀਂ ਸਸਪੈਂਡ ਕਰ ਸਕਦੇ ਹੋ। ਮੇਰੇ ਖਿਆਲ ਇਹ ਇੱਕ ਵਾਹਦ ਐਗਜ਼ਾਮਪਲ ਹੈ ਜਿੱਥੇ ਇੱਕ ਬਿਊਰੋਕਰੈਟਿਕ ਆਫਿਸਰ, ਡਾਇਰੈਕਟਰ ਨੂੰ ਛੱਡੋ, ਡਿਪਟੀ ਡਾਇਰੈਕਟਰ ਲੈਵਲ ਦਾ ਡਿਪਾਰਟਮੈਂਟਲ ਆਫਿਸਰ ਇੱਕ ਚੁਣੇ ਹੋਏ ਸਰਪੰਚ ਨੂੰ ਇਹ ਦੌਰਾਨ ਇਨਕੁਆਇਰੀ ਸਸਪੈਂਡ ਕਰ ਸਕਦਾ ਹੈ, ਔਰ ਮੁਕੰਮਲ ਇਨਕੁਆਇਰੀ ਹੋਣ 'ਤੇ ਉਹਨੂੰ ਰਿਮੂਵ ਵੀ ਕਰ ਸਕਦਾ ਹੈ। ਸੋ ਇਹ ਮੈਂ ਸਮਝਦਾ ਕਿ ਜਿਹੜਾ ਡੈਮੋਕ੍ਰੈਟਿਕ ਪ੍ਰਿੰਸੀਪਲ ਹੈ, ਇਹ ਕਿਸੇ ਕਾਉਂਸਲਰ 'ਤੇ, ਕਿਸੇ MLA 'ਤੇ, MP 'ਤੇ ਇਸ ਤਰ੍ਹਾਂ ਦੀ ਕੋਈ ਪੈਰਲਲ ਪ੍ਰੋਵੀਜ਼ਨਸ ਨਹੀਂ ਹੈ। ਨੰਬਰ 2, ਅਗਰ ਕੋਈ ਮਸਲਾ ਇਲੈਕਸ਼ਨ ਪਟੀਸ਼ਨ ਦਾ ਆਉਂਦਾ ਹੈ,
ਇਲੈਕਸ਼ਨ ਹੋਈ, ਉਹਦਾ ਕੋਈ ਝਗੜਾ ਹੈ ਕਿ ਜਾਂ ਸਹੀ ਹੋਇਆ, ਨੋਮੀਨੇਸ਼ਨ ਪੇਪਰ ਗਲਤ ਸੀ, ਗਿਣਤੀ ਦੇ ਵਿੱਚ ਵੱਧ ਘੱਟ ਰਹਿ ਗਿਆ। ਜੋ ਵੀ ਇਲੈਕਸ਼ਨ ਨਾਲ ਸੰਬੰਧਿਤ ਮਸਲੇ ਨੇ, ਸਟੇਟ ਇਲੈਕਸ਼ਨ ਕਮਿਸ਼ਨ ਨੇ ਤਾਂ ਆਪਣੀ ਇਲੈਕਸ਼ਨ ਕਰਾਤੀ, ਲੇਕਿਨ ਉਸ ਇਲੈਕਸ਼ਨ ਕਰਾਉਣ ਤੋਂ ਬਾਅਦ ਅਗਰ ਕੋਈ ਝਗੜਾ ਹੈ, ਉਹ ਸਾਡਾ ਕਾਨੂੰਨ ਕਹਿੰਦਾ ਕਿ ਇਲੈਕਸ਼ਨ ਟ੍ਰਿਬਿਊਨਲ ਕਰੂਗਾ। ਹੁਣ ਦੇਖਣ ਨੂੰ ਤਾਂ ਇਹ ਲੱਗਦਾ ਹੈ ਕਿ ਇਲੈਕਸ਼ਨ ਟ੍ਰਿਬਿਊਨਲ ਕੋਈ ਇੰਡੀਪੈਂਡੈਂਟ ਜੁਡੀਸ਼ੀਅਲ ਬੋਡੀ ਹੋਊਗੀ, ਪਰ ਪੰਜਾਬ ਦੇ ਵਿੱਚ ਵਕਤਨ ਫਵਕਤਨ ਇਹ ਪਾਵਰਾਂ ਜ਼ਿਲ੍ਹੇ ਦੇ ਡੀਸੀ ਨੂੰ, ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ, ਇੱਥੋਂ ਤੱਕ ਕਿ ਐਸਡੀਐਮ ਨੂੰ ਵੀ ਦਿੱਤੀਆਂ ਗਈਆਂ ਨੇ, ਤਾਂ ਕਿ ਸਰਪੰਚ ਤੇ ਪੰਚ ਲੈਵਲ ਦੀਆਂ ਜਿਹੜੀਆਂ ਇਲੈਕਸ਼ਨਾਂ ਦੀ ਮਸਲੇ ਨੇ, ਲਿਟੀਗੇਸ਼ਨ ਹੈ, ਪਟੀਸ਼ਨਾਂ ਨੇ, ਉਹਨਾਂ ਦੇ ਲੈਵਲ 'ਤੇ ਹੱਲ ਕੀਤੀਆਂ ਜਾਣ। ਹੁਣ ਮੈਂ ਸਮਝਦਾ ਕਿ ਇੱਕ ਪੋਲੀਟੀਕਲ ਇਨਵਾਇਰਨਮੈਂਟ ਦੇ ਵਿੱਚ ਇਟ ਇਜ਼ ਨਾਟ ਪੋਸੀਬਲ ਕਿ ਇੱਕ ਐਸਡੀਐਮ ਜਾਂ ਡੀਸੀ ਜਾਂ ਏਡੀਸੀ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਨਾ ਆਵੇ ਅਤੇ ਉਹ ਜਿਹੜੀ ਇਲੈਕਸ਼ਨ ਪਟੀਸ਼ਨ ਹੈ ਉਸ ਨੂੰ ਜੁਡੀਸ਼ੀਅਸ ਅਤੇ ਜੁਡੀਸ਼ੀਅਲ ਢੰਗ ਦੇ ਨਾਲ ਕਰੇ। ਸੋ ਇਹ ਮੇਰਾ ਸੁਝਾਅ ਹੈ ਪੁਰਜ਼ੋਰ ਕਿ ਇਲੈਕਸ਼ਨ ਪਟੀਸ਼ਨ ਜਿਹੜੀ ਹੈ ਉਹ ਹੱਲ ਹੋਣੀ ਚਾਹੀਦੀ ਹੈ ਇੱਕ ਜੁਡੀਸ਼ੀਅਲ ਟ੍ਰਿਬਿਊਨਲ ਦੇ, ਭਾਵੇਂ ਤੁਸੀਂ ਐਡੀਸ਼ਨਲ ਡਿਸਟ੍ਰਿਕਟ ਜੱਜ ਨੂੰ ਇੱਕ ਨੂੰ ਤੁਸੀਂ ਨੋਮੀਨੇਟ ਕਰ ਦਿਓ ਔਰ ਉਸ ਦੇ ਮੁਤਾਬਕ ਸਾਰੀ ਕਾਰਵਾਈ ਚੱਲੇ। ਅਗਲਾ ਮਸਲਾ ਜਿਹੜਾ ਮੈਂ ਕਰਨਾ ਚਾਹੁੰਦਾ ਉਹ ਬੜਾ ਜ਼ਰੂਰੀ ਹੈ, ਉਹ ਹੈ ਪੰਚਾਇਤ ਸੈਕਟਰੀ ਦਾ। ਤੁਸੀਂ ਐਜ਼ ਪੰਚਾਇਤ, ਤੁਹਾਡੇ ਕੋਲ ਆਪਣੇ ਫੰਡ ਨੇ, ਤੁਹਾਡੀ ਸ਼ਾਮਲਾਟ ਦੇ ਹੈ, ਉਹਦੀ ਤੁਹਾਨੂੰ ਇਨਕਮ ਆਉਂਦੀ ਹੈ, ਤੁਹਾਨੂੰ ਸਟੇਟ ਫਾਈਨੈਂਸ ਕਮਿਸ਼ਨ ਨੇ ਕੋਈ ਅਵਾਰਡ ਦਿੱਤਾ, ਉੱਥੋਂ ਤੁਹਾਨੂੰ ਪੈਸਾ ਆਉਂਦਾ ਹੈ। ਉਹ ਪੈਸਾ ਕਾਹਦੇ ਵਾਸਤੇ ਖਰਚਣਾ? ਉਹ ਸਾਰਾ ਐਕਟ ਹੈ, ਉਹ ਕਹਿੰਦਾ ਆਹ ਚੀਜ਼ ਫਿਟ ਚਾਰਜ ਹੈ, ਤੁਸੀਂ ਗਲੀ ਬਣਾਉਣੀ ਹੈ, ਤੁਸੀਂ ਟੋਭਾ ਸਾਫ਼ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਉੱਥੇ ਦਿੱਤੀਆਂ ਹੋਈਆਂ ਨੇ। ਸਕੂਲ ਦੀ ਛੱਤ ਬਦਲਣੀ ਹੈ, ਕੋਈ ਵੀ ਕਾਰਵਾਈ, ਕੋਈ ਵੀ ਪੰਚਾਇਤ ਦਾ ਫੰਡ, ਚਾਹੇ ਤੁਹਾਡੀ ਆਪਣੀ ਆਮਦਨ 'ਚੋਂ ਹੋਵੇ, ਚਾਹੇ ਸਟੇਟ ਫਾਈਨੈਂਸ ਕਮਿਸ਼ਨ ਤੋਂ ਡਿਵੋਲਵ ਕੀਤਾ ਹੋਵੇ, ਚਾਹੇ ਸੈਂਟਰਲ ਫਾਈਨੈਂਸ ਕਮਿਸ਼ਨ ਤੋਂ ਕੀਤਾ ਹੋਵੇ, ਗ੍ਰਾਂਟ ਇਨ ਏਡ ਦੀ ਸ਼ਕਲ ਦੇ ਵਿੱਚ ਅਗਰ ਆਉਂਦਾ ਹੈ ਅਨਟਾਈਡ, ਉਹਨੂੰ ਇਸਤੇਮਾਲ ਕਰਨਾ ਹੈ ਪੰਚਾਇਤ ਨੇ ਮਤਾ ਪਾ ਕੇ ਬਾਏ ਦ ਰੈਜ਼ੋਲੂਸ਼ਨ ਆਫ ਅ ਪੰਚਾਇਤ, ਅਤੇ ਉਹ ਫਿਟ ਚਾਰਜ ਐਕਟ ਦੇ ਮੁਤਾਬਕ ਹੋਣਾ ਚਾਹੀਦਾ। ਲੇਕਿਨ ਚੇਅਰਮੈਨ ਆਫ ਦੀ ਪੰਚਾਇਤ ਤਾਂ ਸਰਪੰਚ ਸਾਹਿਬ ਨੇ, ਲੇਕਿਨ ਉਹਨਾਂ ਦੇ ਉੱਪਰ ਇੱਕ ਪੰਚਾਇਤ ਸੈਕਟਰੀ ਆ ਜਿਹਨੇ ਕਾਰਵਾਈ ਰਜਿਸਟਰ ਰੱਖਣਾ, ਜਿਹਨੇ ਕਾਰਵਾਈ ਲਿਖਣੀ ਹੈ, ਔਰ ਉਹ ਕਾਰਵਾਈ ਤਾਂ ਲਿਖੋ ਜੇ ਸਰਪੰਚ ਉਹਦੇ ਮੁਤਾਬਕ ਚੱਲੂ। ਔਰ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਸਰਪੰਚ ਮਗਰ ਮਗਰ ਤੁਰਿਆ ਫਿਰਦਾ ਪੰਚਾਇਤ ਸੈਕਟਰੀ ਦੇ, ਔਰ ਪੰਚਾਇਤ ਸੈਕਟਰੀ ਕੋਲ 10-10 ਪੰਚਾਇਤਾਂ ਨੇ, ਔਰ ਉਹ ਪੰਚਾਇਤ ਸੈਕਟਰੀ ਉਹਨੂੰ ਲੱਭਦਾ ਹੀ ਨਹੀਂ। ਤੁਸੀਂ ਪ੍ਰਧਾਨ ਹੋ ਅਤੇ ਤੁਹਾਡਾ ਸਕੱਤਰ, ਉਹਦੀ ਅਪੋਇੰਟਿੰਗ ਅਥਾਰਟੀ ਸ਼ਾਇਦ ਪੰਚਾਇਤ ਸਮਿਤੀ ਹੈ। ਸੋ ਦੀ ਸੈਕਟਰੀ ਆਫ ਦੀ ਗ੍ਰਾਮ ਪੰਚਾਇਤ, ਜਿਹੜਾ ਕਿ ਮੈਂਬਰ ਵੀ ਨਹੀਂ ਹੈ, ਉਹ ਸੈਕਟਰੀ ਹੈ ਸਿਰਫ, ਉਹ ਇੱਕ ਤਰ੍ਹਾਂ ਦੀ ਐਕਸਟਰਾ ਕੌਂਸਟੀਟਿਊਸ਼ਨਲ ਅਥਾਰਟੀ ਬਣ ਜਾਂਦਾ ਹੈ, ਸਰਪੰਚ ਦੇ ਉੱਪਰ ਬੈਠ ਜਾਂਦਾ ਹੈ। ਔਰ ਇੱਥੋਂ ਤੱਕ ਹੀ ਨਹੀਂ, ਜਿਹੜੇ ਇੰਸਟਰਕਸ਼ਨਾਂ ਨੇ, ਸ਼ਾਇਦ ਰੂਲਸ ਦੇ ਵਿੱਚ ਵੀ ਹੈ ਕਿ ਗ੍ਰਾਮ ਪੰਚਾਇਤ ਦਾ ਜਿਹੜਾ ਖਾਤਾ ਹੈ ਉਹ ਸਰਪੰਚ ਅਤੇ ਪੰਚਾਇਤ ਸੈਕਟਰੀ ਦਾ ਜੁਆਇੰਟ ਅਕਾਊਂਟ ਹੋਣਾ। ਔਰ ਜਿੱਥੇ ਤੁਸੀਂ ਵਾਜਬ ਰੈਜ਼ੋਲੂਸ਼ਨ ਪਾ ਵੀ ਲਿਆ, ਪੰਚਾਇਤ ਦਾ ਆਪਣਾ ਪੈਸਾ ਹੈ, ਕੰਮ ਕਰਨਾ ਚਾਹੁੰਦੇ ਹੋ, ਸਰਬਸੰਮਤੀ ਦੇ ਨਾਲ ਉਹ ਮਤਾ ਪਿਆ, ਲੇਕਿਨ ਜੇ ਉੱਥੇ ਫਿਰ ਕਾਰਵਾਈ ਰਜਿਸਟਰ ਪੰਚਾਇਤ ਸੈਕਟਰੀ ਸਾਹਿਬ ਨੇ ਉਹਨੂੰ ਐਡ ਨਹੀਂ ਕੀਤਾ, ਲਿਖਿਆ ਨਹੀਂ, ਜਾਂ ਤੁਸੀਂ ਉਸ ਨੂੰ ਗਾਹਾਂ ਚੱਲ ਕੇ ਚੈੱਕ ਨਹੀਂ ਕੱਟਿਆ, ਤਾਂ ਉਹ ਖੁਦ ਮੁਖਤਿਆਰੀ ਕਿੱਥੇ ਰਹਿ ਗਈ, ਮੈਨੂੰ ਦੱਸੋ। ਇਹ ਤਾਂ ਚਲੋ ਰਹੀ ਪੰਚਾਇਤ ਸੈਕਟਰੀ ਸਾਹਿਬ ਵਾਲੀ ਗੱਲ। ਲੇਕਿਨ ਅੱਗੇ ਜੂਨੀਅਰ ਇੰਜੀਨੀਅਰ ਇੱਕ ਪੰਚਾਇਤੀ ਰਾਜ ਇੰਜੀਨੀਅਰਿੰਗ ਵਿੰਗ ਹੈ, ਉਹ ਸ਼ਾਇਦ ਇੰਸਟਰਕਸ਼ਨਾਂ ਨੇ ਕਿ ਵੀ ਇੰਨੇ ਤੋਂ ਉੱਪਰ ਕੋਈ ਕੰਮ ਕਰਾਉਣਾ ਹੈ ਤਾਂ ਜੂਨੀਅਰ ਇੰਜੀਨੀਅਰ ਉਹਨੂੰ ਵੈਟ ਕਰੇ ਮਤੇ ਨੂੰ, ਉਦੋਂ ਉੱਪਰ SDO ਹੈ, ਐਕਸੀਅਨ ਸਾਹਿਬ ਨੇ। ਹੁਣ ਉਹ ਜਿਹੜੀ ਕਾਰਵਾਈ ਐਸਟੀਮੇਟ ਉਹਨੇ ਬਣਾਉਣਾ ਹੈ, ਉਹਨੇ ਆਪਣੇ ਹਿਸਾਬ ਨਾਲ ਬਣਾਉਣਾ ਹੈ। ਉਹਨੇ ਜੇ ਬਣਾਉਣਾ ਹੈ ਤਾਂ ਉਹ ਮੇਜਰਮੈਂਟ ਬੁੱਕ, ਜਿਹਨੂੰ MB ਕਹਿੰਦੇ ਨੇ, ਮੈਨੂੰ ਯਾਦ ਆ ਮੈਂ ਸੈਕਟਰੀ ਪੰਚਾਇਤੀ ਰਾਜ ਪੰਜਾਬ ਰਿਹਾ, ਅਤੇ ਉਦੋਂ ਜਿਹੜੇ ਯੂਨੀਅਨ ਦਾ ਪ੍ਰਧਾਨ ਸੀ ਉਹ ਕਹਿੰਦੇ ਜੀ MB ਤੋਂ ਖੜਾ ਛਡਾਓ। MB ਕੀ ਹੈ? ਕਹਿੰਦੇ ਜੀ ਮੰਤਰ ਬੇਈਮਾਨੀ। ਉਹ ਮੈਂ ਪੁੱਛਿਆ ਇਹ ਤਾਂ ਯਾਰ ਮੇਜਰਮੈਂਟ ਬੁੱਕ ਹੁੰਦੀ ਆ। ਉਹ ਕਹਿੰਦੇ ਜੀ ਇਹ ਪੁੱਛੋ ਨਾ, ਅਸੀਂ ਪੈਸਾ ਕਢਾਇਆ, ਗਲੀਆਂ ਨਾਲੀਆਂ ਬਣ ਗਈਆਂ, ਸਕੂਲ ਬਣ ਗਏ, ਫੋਟੋਆਂ ਖਿੱਚ ਲਈਆਂ, ਲੇਕਿਨ ਜਿੰਨਾ ਚਿਕਰ JE ਸਾਹਿਬ ਦੀ ਮੇਜਰਮੈਂਟ ਬੁੱਕ ਦੇ ਵਿੱਚ ਨਹੀਂ ਚੜ੍ਹਦਾ, ਉਹ ਸਰਪੰਚ ਦੇ ਗਲੇ ਐਡਵਾਂਸ ਖੜੇ ਦਾ ਖੜਿਆ। ਸੋ ਇਹਦੇ ਬਾਰੇ ਵੀ ਸਾਨੂੰ ਸੋਚਣਾ ਪੈਣਾ ਹੈ ਕਿ ਕੀ ਅਸੀਂ ਅਗਰ ਵਾਕਿਆ ਹੀ ਖੁਦ ਮੁਖਤਿਆਰ ਉਹਨੂੰ ਸਰਪੰਚ ਜਾਂ ਪੰਚਾਇਤ ਚਾਹੁੰਦੇ ਹਾਂ, ਤਾਂ ਕੀ ਅਸੀਂ ਅਫੋਰਡ ਕਰ ਸਕਦੇ ਹਾਂ ਕਿ ਪੰਚਾਇਤ ਸੈਕਟਰੀ ਅਤੇ ਜਿਹੜਾ
ਜੂਨੀਅਰ ਇੰਜੀਨੀਅਰ ਹੈ ਉਹਦੀ ਚੁੰਗਲ ਤੋਂ ਪੰਚਾਇਤਾਂ ਨੂੰ ਕਿਵੇਂ ਮੁਕਤ ਕੀਤਾ ਜਾਵੇ। ਹਾਂ, ਮਹਿਕਮਾਨਾ ਤੌਰ 'ਤੇ ਤੁਸੀਂ ਪੁੱਛੋਗੇ ਕਿ ਜਨਾਬ ਉਹ ਤਾਂ ਫਿਰ ਲੁੱਟ ਕੇ ਖਾ ਜਾਣਗੇ, ਉਹ ਤਾਂ ਕੋਈ ਹਿਸਾਬ ਕਿਤਾਬ ਨਹੀਂ ਰਹਿਣਾ, ਲੱਖਾਂ ਦੀਆਂ ਗਰਾਂਟਾਂ ਆਉਂਦੀਆਂ ਨੇ, ਸਰਪੰਚ ਨੂੰ ਤੁਸੀਂ ਜੁਆਇੰਟ ਅਕਾਊਂਟ ਵੀ ਨਾ ਹੋਵੇ ਉਹਨਾਂ ਦਾ ਖਾ ਜਾਣਾ ਪੀ ਜਾਣਾ। ਤੁਸੀਂ ਸਿਸਟਮ ਬਣਾਓ। ਅੱਜ ਕੱਲ੍ਹ ਜ਼ਰੂਰੀ ਨਹੀਂ ਹੈ ਕਿ ਕੈਸ਼ ਨੇ ਨਿਕਲਣਾ ਹੈ, ਤੁਸੀਂ ਲੇਬਰ ਨੂੰ ਵੀ ਪੇਮੈਂਟ ਕਰਨੀ ਹੈ ਤਾਂ ਉਹ ਵੀ ਥਰੂ ਇਲੈਕਟ੍ਰੋਨਿਕ ਮੀਨਸ ਕੀਤੀ ਜਾ ਸਕਦੀ ਹੈ। ਆਫਟਰ ਆਲ ਮਨਰੇਗਾ ਵਰਗੀ ਸਕੀਮ ਦੇ ਵਿੱਚ ਭਾਰਤ ਸਰਕਾਰ ਦਾ ਪੈਸਾ ਸਿੱਧਾ ਪੋਰਟਲ ਰਾਹੀਂ ਜਦੋਂ ਤੁਸੀਂ ਅਪਲੋਡ ਕਰਦੇ ਆ ਕਿ ਫਲਾਂ ਬੰਦੇ ਨੇ ਕੰਮ ਕੀਤਾ, ਉਹਨਾਂ ਦੇ ਖਾਤੇ ਦੇ ਵਿੱਚ ਚੜ੍ਹਦਾ। ਸੋ ਕੀ ਵਜ੍ਹਾ ਹੈ ਕਿ ਆਪਾਂ ਇੱਕ ਪਾਸੇ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਜੀ ਪੰਚਾਇਤੀ ਰਾਜ ਸਿਸਟਮ ਪਿੰਡ ਪੱਧਰ 'ਤੇ ਸਟਰੋਂਗ ਹੋਵੇ, ਅਤੇ ਦੂਜੇ ਪੱਧਰ 'ਤੇ ਆਪਾਂ ਉਹਨਾਂ ਨੂੰ ਨੂੜ ਕੇ ਰੱਖਿਆ ਹੋਇਆ ਹੈ। ਆਪਣੇ ਉਹਨਾਂ ਦੇ ਫੰਡ ਨੇ, ਆਪਣੀਆਂ ਉਹਨਾਂ ਦੀਆਂ ਸੰਵਿਧਾਨਿਕ ਗ੍ਰਾਂਟਸ ਨੇ, ਲੇਕਿਨ ਉਸ ਨੂੰ ਅਸੀਂ ਇਸਤੇਮਾਲ ਕਰਨ ਨਹੀਂ ਦੇ ਸਕਦੇ। ਸੋ ਇਹਦੇ ਬਾਰੇ ਇਹ ਸਾਨੂੰ ਚਾਹੀਦਾ, ਔਰ ਖ਼ਾਸ ਤੌਰ 'ਤੇ ਉਹ ਜਿਹੜੇ ਸਰਪੰਚ ਪਿੰਡ ਦੇ ਧੜਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇਕੱਤਰਤ ਹੋ ਕੇ ਕਹਿਣਾ ਚਾਹੀਦਾ ਕਿ ਇਹ ਮੰਗਾਂ ਸਾਡੀਆਂ ਸਾਰੀਆਂ ਨੇ, ਸਾਰਿਆਂ ਦੀ ਨੇ। ਪੰਜਾਬ 'ਚ 12,000 ਜਾਂ 12,500 ਪਿੰਡ ਨੇ, ਤਕਰੀਬਨ 19 ਜਾਂ ਉਦੋਂ ਵੀ ਵੱਧ ਪੰਚਾਇਤਾਂ ਨੇ, ਅਤੇ ਉਹਦੇ ਮੁਤਾਬਕ ਸਾਨੂੰ ਇਹ ਕੰਮ ਕਰਨ ਦਾ ਅਖਤਿਆਰ ਦਿੱਤਾ ਜਾਣਾ ਚਾਹੀਦਾ। ਦੋਸਤੋ, ਜਿਹੜੀ ਇੱਕ ਚੀਜ਼ ਮੈਂ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕਿ ਅਗਰ ਅਸੀਂ ਪਿੰਡ ਦੇ ਸਰਪੰਚ ਨੂੰ ਇੱਕ ਵਾਇਬਲ ਇੰਸਟੀਟਿਊਸ਼ਨ ਬਣਾਉਣਾ ਹੈ ਤਾਂ ਉਹਦੀ ਜਿਹੜੀ ਇਲੈਕਸ਼ਨ ਹੈ ਡਾਇਰੈਕਟ ਹੋਣੀ ਚਾਹੀਦੀ ਹੈ। ਹੁੰਦੀ ਰਹੀ ਹੈ, ਮੈਨੂੰ ਯਾਦ ਹੈ ਜਦ 1993 ਦੇ ਵਿੱਚ ਕਈ ਦਹਾਕਿਆਂ ਬਾਅਦ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ, ਡਾਇਰੈਕਟ ਇਲੈਕਸ਼ਨ ਸੀ। ਹੁਣ ਸਿਸਟਮ ਕੀ ਹੈ ਕਿ ਜੀ ਪਹਿਲਾਂ ਤੁਸੀਂ ਪੰਚ ਚੁਣੋਗੇ ਅਤੇ ਪੰਚਾਂ ਨੇ ਮੁੜ ਕੇ ਸਰਪੰਚ ਚੁਣਨਾ ਹੈ। ਉੱਥੋਂ ਫਿਰ ਝਗੜੇ ਝਾਟੇ, ਜੀ ਸਾਡਾ ਬੰਦਾ ਚੱਕ ਲਿਆ, ਉਹਦੇ ਬੰਦੇ ਦੀ ਵੋਟ ਨਹੀਂ ਪਈ, ਪੈਣ ਨਹੀਂ ਦਿੱਤਾ, ਦੂਜਾ ਤੀਜਾ, ਔਰ ਉਹ ਬੰਦਾ ਟੁੱਟ ਗਿਆ, ਉਹ ਭੱਜ ਗਿਆ, ਅਤੇ ਬੰਦਾ ਕਹਿਣ ਨੂੰ ਸਰਪੰਚ ਹੈ ਲੇਕਿਨ ਉਹਦੇ ਨਾਲ ਪੰਚੇ ਨਹੀਂ ਹੈ, ਅਤੇ ਉਹ ਕਾਰਵਾਈ ਕੀ ਪਾਊਗਾ, ਕਾਰਵਾਈ ਰਜਿਸਟਰ 'ਚ ਕੀ ਫਿਰਦਾ ਹੈ, ਸਾਈਨ ਬਾਅਦ 'ਚ ਹੁੰਦੇ ਨੇ, ਜਾਲੀ ਸਾਈਨ ਹੁੰਦੇ ਨੇ, ਅਤੇ ਕਿਤੇ ਪੰਚਾਇਤ ਸੈਕਟਰੀ ਅੰਗੂਠਾ ਲਾਉਂਦਾ ਹੈ। ਸੋ ਮੈਂ ਸਮਝਦਾ ਇਹ ਬੜਾ ਜ਼ਰੂਰੀ ਹੈ, ਇਹ ਇੱਕ ਪੰਜਾਬ ਦੇ ਵਿੱਚ ਪੁਰਜ਼ੋਰ ਮੰਗ ਅਤੇ ਲਹਿਰ ਹੋਣੀ ਚਾਹੀਦੀ ਹੈ ਕਿ ਜੇ ਵਿਲੇਜ ਲੈਵਲ ਲੀਡਰਸ਼ਿਪ ਸਾਨੂੰ ਚਾਹੀਦੀ ਹੈ ਤਾਂ ਉਹ ਜਿਹੜੀ ਲੀਡਰਸ਼ਿਪ ਹੈ ਉਹ ਡਾਇਰੈਕਟ ਇਲੈਕਸ਼ਨ ਸਰਪੰਚ ਦੀ ਤੋਂ ਬਿਨਾਂ ਨਹੀਂ ਹੋ ਸਕਦੀ। ਲੋਕਾਂ ਨੂੰ ਪਤਾ ਲੱਗੇ ਕਿ 3000 ਵੋਟ ਸੀ ਅਤੇ ਇਹਨੂੰ 2000 ਵੋਟ ਪਈ ਹੈ, ਅਤੇ ਬਾਕੀ ਜਾਣਾ ਜਿਹੜਾ ਸਾਰਾ ਲਾਣਾ ਸੀਗਾ ਪਿੱਛੇ ਸੀਗਾ। ਦੂਜੀ ਜਿਹੜੀ ਚੀਜ਼ ਹੈਗੀ ਹੈ, ਜਿੱਦਾਂ ਆਪਾਂ ਕਿਹਾ ਕਿ ਪੰਚਾਂ ਵਾਸਤੇ, ਸਰਪੰਚਾਂ ਵਾਸਤੇ ਰਿਜ਼ਰਵੇਸ਼ਨ ਹੈ, ਬੀਬੀਆਂ ਵਾਸਤੇ, ਭੈਣਾਂ ਵਾਸਤੇ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਤਾਂ ਖੈਰ ਪੰਜਾਬ ਦੇ ਵਿੱਚ ਨਹੀਂ ਹੈ। ਉਹ ਅੱਗੇ ਕੀ ਹੁੰਦਾ ਸੀ ਕਿ ਤੁਸੀਂ ਸਰਪੰਚ ਦਾ ਇੱਕ ਡੱਬਾ ਹੈ, ਉਸ 'ਚ ਪੈ ਗਈਆਂ ਵੋਟਾਂ, ਅਤੇ ਪੰਚਾਂ ਦਾ ਇੱਕ ਡੱਬਾ ਹੈ, ਉਸ 'ਚ ਪੈ ਗਈਆਂ। ਤੁਸੀਂ ਗਿਣ ਲੀਆਂ, ਜੇ ਬੀਬੀਆਂ ਵਾਲੀਆਂ ਗਿਣ ਲੀਆਂ ਕਿ ਬੀਬੀਆਂ 2 ਸੀਟਾਂ ਨੇ, ਸਭ ਤੋਂ ਵੱਧ ਬੀਬੀਆਂ ਵਾਲੇ ਪਾਸੇ ਕਿਹੜੀ ਪਈਆਂ, ਅਤੇ ਆਹ ਪਈਆਂ, ਉਹ 2 ਇਲੈਕਟ ਹੋ ਗਈਆਂ। ਉਸ ਤਰ੍ਹਾਂ ਅਗਰ 7 ਬੰਦੇ ਨੇ ਪੰਚ, ਉਹ ਗਿਣ ਲਏ, ਜਿਨ੍ਹਾਂ ਨੂੰ ਉੱਪਰ ਸਭ ਤੋਂ ਵੱਧ ਵੋਟਾਂ ਪਈਆਂ 7 ਜਾਣੇ ਤੁਸੀਂ ਚੁਣ ਲਏ, ਅਤੇ ਤੁਹਾਡੀ ਪੰਚਾਇਤ ਬਣ ਗਈ। ਸਰਪੰਚ ਦੀ ਅੱਡ ਹੈ, ਡਾਇਰੈਕਟ ਇਲੈਕਸ਼ਨ ਹੈ। ਹੁਣ ਕੀ ਹੈ ਕਿ ਅਸੀਂ ਉਸ ਪਿੰਡ ਦੀ ਆਬਾਦੀ ਦੇ ਨੂੰ ਇਨਕਲੂਡਿੰਗ ਜਿੰਨੀਆਂ ਬੈਠਕਾਂ ਨੇ, ਬਹਿਕਾਂ ਨੇ, ਉਹਨਾਂ ਨੂੰ ਸਾਰਿਆਂ ਨੂੰ ਟੈਰੀਟੋਰੀਅਲ ਕੌਂਸਟੀਚੁਐਂਸੀ 'ਚ ਵੰਡਦੇ ਹਾਂ। ਪਿੰਡ ਇੱਕ ਛੋਟਾ ਜਿਹਾ, ਲੇਕਿਨ ਉਹਦੀਆਂ ਕੌਂਸਟੀਚੁਐਂਸੀਆਂ ਕਿ ਆਹ ਜਿਹੜੇ 50 ਘਰ ਨੇ ਇੱਕ ਵਾਰਡ ਹੈ, ਆਹ 50 ਘਰ ਨੇ ਦੂਜਾ ਵਾਰਡ ਹੈ, ਉਹਨਾਂ ਦੇ ਵਿੱਚੋਂ ਅਸੀਂ ਨੋਮੀਨੇਸ਼ਨ ਲੈ ਕੇ ਕਰਦੇ ਹਾਂ। ਮੈਂ ਸਮਝਦਾ ਕਿ ਜਿਹੜਾ ਪਿੰਡ ਇੱਕ ਯੂਨਿਟ ਸੀ ਔਰ ਗ੍ਰਾਮ ਪੰਚਾਇਤ ਇੱਕ ਯੂਨਿਟ ਸੀ, ਉਹਨੂੰ ਅਸੀਂ ਇੱਕ ਤਰ੍ਹਾਂ ਨਖੇੜਤਾ ਪਿੰਡ ਪੱਧਰ 'ਤੇ ਆਬਾਦੀ ਦੇ ਅੰਦਰ ਲੀਕਾਂ ਲਾ ਕੇ। ਸ਼ਾਇਦ ਇਹ ਸੰਵਿਧਾਨਿਕ ਜ਼ਰੂਰਤ ਹੈ, ਮੈਨੂੰ ਨਹੀਂ ਪਤਾ, ਲੇਕਿਨ ਮੈਂ ਸਮਝਦਾ ਕਿ ਸਾਰਾ ਦਾ ਸਾਰਾ ਜਿਹੜਾ ਪੰਚਾਇਤੀ ਰਾਜ ਦਾ ਨੋਟੀਫਾਈਡ ਏਰੀਆ ਉਸ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਇਕੱਠੀ ਹੋਣੀ ਚਾਹੀਦੀ ਹੈ। ਔਰ ਕਿਉਂਕਿ ਤੁਸੀਂ ਰਿਪਰੈਜ਼ੈਂਟ ਆਪਣੇ ਵਾਰਡ ਨੂੰ ਨਹੀਂ ਕਰਨਾ, ਇੱਕ ਵਾਰੀ ਤੁਸੀਂ ਬੈਠ ਕੇ ਉੱਥੇ ਪੰਚਾਇਤ ਦੇ ਵਿੱਚ ਤੁਸੀਂ ਇੱਕ ਆਪਣੇ ਪਿੰਡ ਦੇ ਸਕੂਲ ਦੀ ਗੱਲ ਕਰਨੀ ਹੈ, ਤੁਸੀਂ ਵਾਰਡ ਦੇ ਵਿੱਚ ਤਾਂ ਸਕੂਲ ਬਣਾਉਣਾ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਸਿਸਟਮ ਸ਼ਾਇਦ ਮਿਊਨਿਸਪਲ ਕਾਰਪੋਰੇਸ਼ਨ ਤੋਂ ਅਸੀਂ ਬੋਰੋ ਕੀਤਾ ਹੈ ਕਿ ਵਾਰਡਾਂ ਬਣਾਓ, ਇਹ ਪਿੰਡ ਪੱਧਰ 'ਤੇ ਮੇਰੇ ਮੁਤਾਬਕ ਸਹੀ ਨਹੀਂ ਹੈ। ਗੱਲਾਂ ਸਿਰਫ 2 ਨੇ ਕਿ ਸਰਪੰਚ ਦੀ ਜਿਹੜੀ ਇਲੈਕਸ਼ਨ ਹੈ ਡਾਇਰੈਕਟ ਹੋਣੀ ਚਾਹੀਦੀ ਹੈ, ਔਰ ਨੰਬਰ 2 ਜਿਹੜੇ ਪੰਚਾਂ ਦੀ ਜਿਹੜੀ ਇਲੈਕਸ਼ਨ ਹੈ, ਚਾਹੇ ਰਿਜ਼ਰਵੇਸ਼ਨ ਨੂੰ ਆਪਾਂ ਕੰਸੀਡਰ ਕਰਨਾ, ਉਹ ਸਾਰੇ ਪਿੰਡ ਦੀ ਇਕੱਠੀ ਹੋਵੇ, ਜਿਹਨੂੰ ਵੱਧ ਵੋਟਾਂ ਪੈਂਦੀਆਂ ਨੇ ਉਨੀਆਂ ਸੀਟਾਂ ਮੁਤਾਬਕ ਉਹਨਾਂ ਨੂੰ ਤੁਸੀਂ ਲੈ ਲਓ। ਸੋ ਦੋਸਤੋ, ਹੋਰ ਵੀ ਗੱਲਾਂ ਬਹੁਤ ਨੇ
ਤੇ ਇਹ ਵੀ ਆਪਾਂ ਦੇਖਾਂਗੇ ਕਿ ਜਿਹੜਾ 11th ਸ਼ਡਿਊਲ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਆਪਾਂ ਅੱਜ ਦੀ ਡੇਟ ਦਿੱਤੀਆਂ ਕਿੰਨੀਆਂ। ਅੱਜ ਦਾ ਫੋਕਸ ਤਾਂ ਸਿਰਫ ਪਿੰਡ ਤੇ ਸੀ, ਪਿੰਡ ਦੀ ਸ਼ਾਮਲਾਟ ਤੇ ਉਹਦੀ ਜਿਹੜੀ ਆਮਦਨ ਹੈ ਉਹਨੂੰ ਕਿਵੇਂ ਇਸਤੇਮਾਲ ਕਰਨਾ ਹੈ, ਸ਼ਾਮਲਾਟ ਨੂੰ ਵੇਚਿਆ ਜਾ ਸਕਦਾ ਕਿ ਨਹੀਂ, ਉਹਦੇ ਝਗੜੇ ਝਾਟੇ ਕੀ ਨੇ, ਇਹ ਸ਼ਾਇਦ ਇੱਕ ਦੂਜੀ ਵੀਡੀਓ ਦਾ ਸਾਨੂੰ ਬਣਾਉਣਾ ਪਵੇ। ਲੇਕਿਨ ਅੱਜ ਜਿਹੜੀ ਸਿਰਫ ਮੈਂ ਗੱਲ ਇਹਨੂੰ ਕਨਕਲੂਡ ਕਰਨ ਤੋਂ ਪਹਿਲਾਂ ਸਿਰਫ ਇਹ ਕਹਾਂਗਾ ਕਿ ਇਹ ਸਾਡਾ ਜਿਹੜਾ ਗ੍ਰਾਮ ਪੰਚਾਇਤ ਐਕਟ ਹੈ ਉਹਦੇ ਵਿੱਚ ਡਾਇਰੈਕਟ ਇਲੈਕਸ਼ਨ ਸਰਪੰਚ ਦੀ ਹੋਣੀ ਚਾਹੀਦੀ ਹੈ, ਨੰਬਰ 1। ਨੰਬਰ 2, ਜਿਹੜੇ ਮੈਂਬਰਾਂ ਦੀ ਆ ਸਾਰੇ ਪਿੰਡ ਦੇ ਇਕੱਠਿਆਂ ਦੀ ਹੋਵੇ। ਨੰਬਰ 3, ਪੰਚਾਇਤ ਸੈਕਟਰੀ ਔਰ ਜਿਹੜਾ ਜੇਈ ਹੈ ਉਹਦਾ ਕੰਟਰੋਲ ਘੱਟ ਤੋਂ ਘੱਟ ਦਖਲ ਹੋਵੇ, ਤੇ ਤਾਂ ਹੀ ਸਾਡੀ ਜਿਹੜੀ ਇਹ ਪੰਚਾਇਤ ਹੈਗੀ ਹੈ ਉਹ ਸਹੀ ਢੰਗ ਨਾਲ ਚੱਲ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਵਾਰਡਬੰਦੀ ਹੈ, ਇਸੇ ਤਰ੍ਹਾਂ ਜਿਹੜੀਆਂ ਇਹ ਰਿਜ਼ਰਵੇਸ਼ਨਸ ਨੇ, ਇਹ ਸਰਕਾਰ ਪੱਧਰ ਤੇ ਨਾ ਹੋ ਕੇ ਜਿਹੜੀ ਇੰਡੀਪੈਂਡੈਂਟ ਸਟੇਟ ਇਲੈਕਸ਼ਨ ਕਮਿਸ਼ਨ ਆ ਉਹਦੇ ਪੱਧਰ ਤੇ ਹੋਵੇ, ਤਾਂ ਹੀ ਸਹੀ ਮਾਇਨਿਆਂ ਦੇ ਵਿੱਚ ਜਿਹੜੇ ਪਿੰਡ ਦੇ ਮਸਲੇ ਪਿੰਡਾਂ ਦੇ ਵਿੱਚ ਹੱਲ ਹੋਣ ਵਾਲੀ ਗੱਲ ਹੋਊਗੀ। ਤੁਹਾਡੇ ਨਾਲ ਦੋਸਤੋ ਗੱਲਾਂ ਕਰਦੇ ਰਹਾਂਗੇ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਜਾਂ ਇਸ ਤਰ੍ਹਾਂ ਦੀ ਵੀਡੀਓ ਪੰਜਾਬ ਤੇ ਪੰਜਾਬ ਦੇ ਲੋਕਾਂ ਵਾਸਤੇ ਲਾਹੇਵੰਦ ਨੇ ਤਾਂ ਆਪਣੇ ਕਮੈਂਟ ਜ਼ਰੂਰ ਦਿਓ, ਲਾਈਕ ਮਾਈਂਡਡ ਸੱਜਣਾਂ ਨਾਲ ਸ਼ੇਅਰ ਕਰੋ ਔਰ ਵਕਤਨ ਫਵਕਤਨ ਮਿਲਦੇ ਰਹਾਂਗੇ। ਜਦ ਤੱਕ ਜੈ ਜਵਾਨ, ਜੈ ਕਿਸਾਨ, ਜੈ ਹਿੰਦ।